ਅੱਜ ਆਪਾਂ ਭਾਰਤ ਦੇ ਇਤਿਹਾਸ ਦੇ ਇੱਕ ਅਜਿਹੇ ਅਦਾਲਤੀ ਫੈਸਲੇ ਦੀ ਗੱਲ ਕਰਾਂਗੇ ਜਿਸ ਨੇ ਦੇਸ਼ ਦੇ ਸਮਾਜਿਕ ਅਤੇ ਸਿਆਸੀ ਤਾਣੇ-ਬਾਣੇ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇਹ ਕਹਾਣੀ ਹੈ ਇੰਦਰਾ ਸਾਹਨੀ ਬਨਾਮ ਭਾਰਤ ਸੰਘ ਕੇਸ ਦੀ, ਜਿਸ ਨੂੰ ਆਮ ਤੌਰ ਤੇ ਮੰਡਲ ਫੈਸਲੇ ਵਜੋਂ ਜਾਣਿਆ ਜਾਂਦਾ ਹੈ। ਸੋਚੋ, ਇਹ ਸ਼ਬਦ ਸੁਪਰੀਮ ਕੋਰਟ ਦੇ ਆਪਣੇ ਫੈਸਲੇ ਵਿੱਚ ਲਿਖੇ ਗਏ ਸਨ। ਇਹ 1990 ਦੇ ਭਾਰਤ ਦੀ ਹਕੀਕਤ ਸੀ, ਜਦੋਂ ਸਰਕਾਰ ਨੇ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ OBC ਲਈ ਰਾਖਵਾਂਕਰਨ ਲਾਗੂ ਕੀਤਾ ਤਾਂ ਪੂਰਾ ਦੇਸ਼ ਜਿਵੇਂ ਅੱਗ ਦੀ ਲਪੇਟ ਵਿੱਚ ਆ ਗਿਆ। ਹਰ ਪਾਸੇ ਵਿਰੋਧ ਪ੍ਰਦਰਸ਼ਨ, ਹਿੰਸਾ, ਇੱਕ ਬਹੁਤ ਹੀ ਗੰਭੀਰ ਰਾਸ਼ਟਰੀ ਸੰਕਟ ਦਾ ਮਾਹੌਲ ਬਣ ਗਿਆ ਸੀ। ਤਾਂ ਇਹ ਸਭ ਦੀ ਜੜ ਕੀ ਸੀ? ਜੜ ਸੀ ਮੰਡਲ ਕਮਿਸ਼ਨ ਦੀ ਰਿਪੋਰਟ, ਇੱਕ ਅਜਿਹਾ ਦਸਤਾਵੇਜ਼ ਜਿਸ ਨੇ ਪੂਰੇ ਦੇਸ਼ ਵਿੱਚ ਇੱਕ ਤੂਫਾਨ ਖੜਾ ਕਰ ਦਿੱਤਾ ਅਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਕੁਝ ਬਹੁਤ ਹੀ ਬੁਨਿਆਦੀ ਸਵਾਲਾਂ ਦੇ ਜਵਾਬ ਦੇਣ ਲਈ ਮਜਬੂਰ ਕਰ ਦਿੱਤਾ। ਅਤੇ ਇੱਥੇ ਹੀ ਸਭ ਤੋਂ ਵੱਡੀ ਸੰਵਿਧਾਨਿਕ ਉਲਝਣ ਪੈਦਾ ਹੁੰਦੀ ਹੈ। ਇਹ ਇੱਕ ਅਜਿਹਾ ਸਵਾਲ ਸੀ ਜਿਸ ਨੇ ਦੋ ਬੁਨਿਆਦੀ ਅਧਿਕਾਰਾਂ ਨੂੰ ਆਮੋ-ਸਾਹਮਣੇ ਖੜਾ ਕਰ ਦਿੱਤਾ। ਆਓ ਦੇਖੀਏ ਕਿ ਉਹ ਦੋ ਅਨੁਛੇਦ ਕਿਹੜੇ ਸਨ। ਤਾਂ ਦੇਖੋ, ਇੱਕ ਪਾਸੇ ਤਾਂ ਸੰਵਿਧਾਨ ਕਹਿੰਦਾ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਸਾਰਿਆਂ ਨੂੰ ਬਰਾਬਰ ਮੌਕਾ ਮਿਲੇਗਾ, ਪਰ ਦੂਜੇ ਪਾਸੇ ਉਹੀ ਸੰਵਿਧਾਨ ਸਰਕਾਰ ਨੂੰ ਇਹ ਤਾਕਤ ਵੀ ਦਿੰਦਾ ਹੈ ਕਿ ਉਹ ਪਛੜੇ ਹੋਏ ਸਮੂਹਾਂ ਲਈ ਖਾਸ ਪ੍ਰਬੰਧ ਕਰ ਸਕਦੀ ਹੈ, ਜਿਵੇਂ ਕਿ ਰਾਖਵਾਂਕਰਨ। ਹੁਣ ਅਦਾਲਤ ਨੇ ਇਹ ਤੈਅ ਕਰਨਾ ਸੀ ਕਿ ਇਹਨਾਂ ਦੋਵਾਂ ਗੱਲਾਂ ਵਿੱਚ ਸੰਤੁਲਨ ਕਿਵੇਂ ਬਣਾਇਆ ਜਾਵੇ। ਤਾਂ ਸਵਾਲ ਇਹ ਉੱਠਦਾ ਹੈ ਕਿ ਮੰਡਲ ਕਮਿਸ਼ਨ ਨੇ ਇਹ ਕਿਵੇਂ ਤੈਅ ਕੀਤਾ ਕਿ ਕੌਣ ਪਛੜਿਆ ਹੈ ਅਤੇ ਕੌਣ ਨਹੀਂ। ਇਸ ਦੇ ਪਿੱਛੇ ਇੱਕ ਬਹੁਤ ਹੀ ਡੂੰਘਾ ਅਤੇ ਵਿਸਤ੍ਰਿਤ ਤਰੀਕਾ ਅਪਣਾਇਆ ਗਿਆ ਸੀ। ਕਮਿਸ਼ਨ ਦੇ ਅੰਦਾਜ਼ੇ ਮੁਤਾਬਕ OBC ਭਾਈਚਾਰੇ ਦੇਸ਼ ਦੀ ਆਬਾਦੀ ਦਾ ਲਗਭਗ 52% ਹਿੱਸਾ ਸਨ। ਸੋਚੋ, ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ। ਪਰ ਅਸਲ ਦਿਲਚਸਪ ਗੱਲ ਇਹ ਹੈ ਕਿ ਉਹ ਇਸ ਨਤੀਜੇ ਤੇ ਪਹੁੰਚੇ ਕਿਵੇਂ। ਉਹਨਾਂ ਨੇ ਸਿਰਫ ਇੱਕ ਚੀਜ਼ ਤੇ ਧਿਆਨ ਨਹੀਂ ਦਿੱਤਾ, ਬਲਕਿ ਉਹਨਾਂ ਨੇ 3 ਅਲੱਗ-ਅਲੱਗ ਪੱਧਰਾਂ ਤੇ ਕੁੱਲ 11 ਪੈਮਾਨੇ ਬਣਾਏ: ਸਮਾਜਿਕ, ਵਿਦਿਅਕ ਅਤੇ ਆਰਥਿਕ। ਇਸ ਨਾਲ ਪਛੜੇਪਣ ਦੀ ਇੱਕ ਬਹੁਤ ਹੀ ਸਾਫ਼ ਅਤੇ ਪੂਰੀ ਤਸਵੀਰ ਸਾਹਮਣੇ ਆਈ। ਹੁਣ ਜੇ ਆਬਾਦੀ 52% ਸੀ ਤਾਂ ਰਾਖਵਾਂਕਰਨ 27% ਕਿਉਂ? ਇਸ ਪਿੱਛੇ ਇੱਕ ਵੱਡਾ ਕਾਰਨ ਸੀ। ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀ ਕਿ ਕੁੱਲ ਰਾਖਵਾਂਕਰਨ 50% ਤੋਂ ਵੱਧ ਨਹੀਂ ਹੋ ਸਕਦਾ। ਕਿਉਂਕਿ SC ਅਤੇ SD ਦਾ ਰਾਖਵਾਂਕਰਨ ਪਹਿਲਾਂ ਹੀ ਮੌਜੂਦ ਸੀ, ਇਸ ਲਈ OBC ਲਈ 27% ਦੀ ਹੱਦ ਤੈਅ ਕੀਤੀ ਗਈ ਤਾਂ ਜੋ 50% ਦੀ ਸੀਮਾ ਨਾ ਟੁੱਟੇ। ਇਸ ਸਾਰੇ ਹੰਗਾਮੇ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਅਦਾਲਤ ਨੇ ਇੱਕ ਇਤਿਹਾਸਿਕ ਫੈਸਲਾ ਦਿੱਤਾ। ਉਹਨਾਂ ਨੇ ਰਾਖਵਾਂਕਰਨ ਦੀ ਨੀਤੀ ਨੂੰ ਸਹੀ ਠਹਿਰਾਇਆ, ਪਰ ਕੁਝ ਬਹੁਤ ਹੀ ਮਹੱਤਵਪੂਰਨ ਸ਼ਰਤਾਂ ਦੇ ਨਾਲ। ਆਓ ਦੇਖੀਏ ਕਿ ਉਹ ਕੀ ਸਨ। ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਸਵਾਲ ਕਿ ਰਾਖਵਾਂਕਰਨ ਜਿੰਨਾ ਮਰਜ਼ੀ ਦਿੱਤਾ ਜਾ ਸਕਦਾ ਹੈ ਜਾਂ ਇਸ ਦੀ ਕੋਈ ਹੱਦ ਹੋਣੀ ਚਾਹੀਦੀ ਹੈ। ਅਤੇ ਜਵਾਬ ਬਿਲਕੁਲ ਸਾਫ਼ ਸੀ। ਅਦਾਲਤ ਨੇ ਇੱਕ ਲਕੀਰ ਖਿੱਚ ਦਿੱਤੀ, 50%। ਇਸ ਦਾ ਮਤਲਬ ਸੀ ਕਿ ਰਾਖਵਾਂਕਰਨ ਇੱਕ ਅਪਵਾਦ ਹੈ, ਨਿਯਮ ਨਹੀਂ। ਅਤੇ ਸਮਾਨਤਾ ਦਾ ਨਿਯਮ ਘੱਟੋ-ਘੱਟ ਅੱਧੀਆਂ ਸੀਟਾਂ ਤੇ ਲਾਗੂ ਹੋਣਾ ਹੀ ਚਾਹੀਦਾ ਹੈ। ਅਗਲਾ ਸਵਾਲ ਹੋਰ ਵੀ ਗੁੰਝਲਦਾਰ ਸੀ ਕਿ ਇੱਕ ਪਛੜੀ ਸ਼੍ਰੇਣੀ ਦੇ ਉਹ ਲੋਕ ਜੋ ਪਹਿਲਾਂ ਹੀ ਅਮੀਰ ਅਤੇ ਸਥਾਪਿਤ ਹੋ ਚੁੱਕੇ ਹਨ, ਉਹਨਾਂ ਨੂੰ ਵੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਅਤੇ ਇੱਥੇ ਅਦਾਲਤ ਨੇ ਕ੍ਰੀਮੀ ਲੇਅਰ ਦਾ ਸਿਧਾਂਤ ਪੇਸ਼ ਕੀਤਾ। ਇਸ ਦਾ ਮਤਲਬ ਹੈ ਕਿ ਪਛੜੀ ਸ਼੍ਰੇਣੀ ਦੇ ਉਹ ਲੋਕ ਜੋ ਸਮਾਜਿਕ ਅਤੇ ਆਰਥਿਕ ਤੌਰ ਤੇ ਕਾਫੀ ਅੱਗੇ ਵੱਧ ਚੁੱਕੇ ਹਨ, ਉਹਨਾਂ ਨੂੰ ਰਾਖਵੇਂਕਰਨ ਦਾ ਫਾਇਦਾ ਨਹੀਂ ਮਿਲੇਗਾ। ਇਹ ਇਸ ਲਈ ਕੀਤਾ ਗਿਆ ਤਾਂ ਜੋ ਲਾਭ ਸਿਰਫ ਅਸਲ ਲੋੜਵੰਦਾਂ ਤੱਕ ਹੀ ਪਹੁੰਚੇ। ਹੁਣ ਗੱਲ ਆਉਂਦੀ ਹੈ ਸਭ ਤੋਂ ਨਾਜ਼ੁਕ ਮੁੱਦੇ ਦੀ। ਕੀ ਇੱਕ ਧਰਮ ਨਿਰਪੱਖ ਦੇਸ਼ ਵਿੱਚ ਜਾਤ ਦੇ ਆਧਾਰ ਤੇ ਪਛੜੇਪਣ ਦੀ ਪਛਾਣ ਕਰਨਾ ਸਹੀ ਹੈ? ਅਦਾਲਤ ਨੇ ਮੰਨਿਆ ਕਿ ਭਾਰਤ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਇੱਥੇ ਜਾਤ ਨੂੰ ਸਮਾਜਿਕ ਪਛੜੇਪਣ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਸੋ ਜਾਤ ਇੱਕ ਮਹੱਤਵਪੂਰਨ ਕਾਰਕ ਹੋ ਸਕਦੀ ਹੈ, ਪਰ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਇਹ ਇਕਲੌਤਾ ਆਧਾਰ ਨਹੀਂ ਹੋ ਸਕਦਾ। ਹੋਰ ਕਾਰਕਾਂ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਠੀਕ ਹੈ, ਨੌਕਰੀ ਮਿਲ ਗਈ, ਪਰ ਉਸ ਤੋਂ ਬਾਅਦ ਕੀ ਤਰੱਕੀਆਂ
ਯਾਨੀ ਪ੍ਰਮੋਸ਼ਨਾਂ ਵਿੱਚ ਵੀ ਰਾਖਵਾਂਕਰਨ ਲਾਗੂ ਹੋਵੇਗਾ? ਇੱਥੇ ਅਦਾਲਤ ਨੇ ਇੱਕ ਸਖਤ ਰੁਖ ਅਪਣਾਇਆ। ਉਹਨਾਂ ਕਿਹਾ ਕਿ ਰਾਖਵਾਂਕਰਨ ਸਿਰਫ ਸ਼ੁਰੂਆਤੀ ਨਿਯੁਕਤੀ ਲਈ ਹੈ, ਤਰੱਕੀ ਲਈ ਨਹੀਂ। ਇਸ ਪਿੱਛੇ ਤਰਕ ਇਹ ਸੀ ਕਿ ਪ੍ਰਸ਼ਾਸਨਿਕ ਕੁਸ਼ਲਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਸਰਕਾਰ ਨੇ ਇੱਕ ਹੋਰ 10% ਰਾਖਵਾਂਕਰਨ ਦਾ ਪ੍ਰਸਤਾਵ ਰੱਖਿਆ ਸੀ, ਜੋ ਸਿਰਫ ਆਰਥਿਕ ਆਧਾਰ ਤੇ ਗਰੀਬ ਲੋਕਾਂ ਲਈ ਸੀ। ਸਵਾਲ ਸੀ ਕਿ ਕੀ ਇਹ ਸੰਵਿਧਾਨਿਕ ਤੌਰ ਤੇ ਸਹੀ ਹੈ? ਅਦਾਲਤ ਦਾ ਜਵਾਬ ਸੀ, ਬਿਲਕੁਲ ਨਹੀਂ। ਉਹਨਾਂ ਨੇ ਇਸ ਨੂੰ ਰੱਦ ਕਰ ਦਿੱਤਾ। ਕਿਉਂ? ਕਿਉਂਕਿ ਸੰਵਿਧਾਨ ਵਿੱਚ ਰਾਖਵਾਂਕਰਨ ਦਾ ਮਕਸਦ ਸਮਾਜਿਕ ਪਛੜੇਪਣ ਨੂੰ ਦੂਰ ਕਰਨਾ ਹੈ, ਨਾ ਕਿ ਸਿਰਫ ਆਰਥਿਕ ਗਰੀਬੀ ਨੂੰ। ਰਾਖਵਾਂਕਰਨ ਦੇ ਪਿੱਛੇ ਦੀ ਪੂਰੀ ਸੋਚ ਨੂੰ ਸਮਝਾਉਣ ਲਈ ਅਦਾਲਤ ਨੇ ਇੱਕ ਬਹੁਤ ਹੀ ਵਧੀਆ ਮਿਸਾਲ ਦਿੱਤੀ। ਉਹਨਾਂ ਕਿਹਾ ਕਿ ਜੇ ਇੱਕ ਦੌੜਾਕ ਦੀਆਂ ਲੱਤਾਂ ਬੇੜੀਆਂ ਨਾਲ ਬੰਨੀਆਂ ਹੋਣ ਤਾਂ ਸਿਰਫ ਬੇੜੀਆਂ ਖੋਲ ਦੇਣਾ ਹੀ ਕਾਫੀ ਨਹੀਂ ਹੈ। ਇੱਕ ਨਿਰਪੱਖ ਦੌੜ ਲਈ ਹੋ ਸਕਦਾ ਹੈ ਕਿ ਉਸ ਨੂੰ ਥੋੜਾ ਅੱਗੇ ਤੋਂ ਸ਼ੁਰੂਆਤ ਕਰਨ ਦਾ ਮੌਕਾ ਦੇਣਾ ਪਵੇ। ਤਾਂ ਇਸ ਫੈਸਲੇ ਨੇ ਸਿਰਫ ਇੱਕ ਕੇਸ ਦਾ ਨਿਪਟਾਰਾ ਨਹੀਂ ਕੀਤਾ, ਸਗੋਂ ਭਾਰਤ ਵਿੱਚ ਰਾਖਵਾਂਕਰਨ ਨੀਤੀ ਲਈ ਇੱਕ ਸਥਾਈ ਢਾਂਚਾ ਤਿਆਰ ਕਰ ਦਿੱਤਾ, ਜਿਸ ਦਾ ਅਸਰ ਅੱਜ ਵੀ ਦੇਖਣ ਨੂੰ ਮਿਲਦਾ ਹੈ। ਅਖੀਰ ਵਿੱਚ ਇਸ ਫੈਸਲੇ ਤੋਂ ਇਹ 4 ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ। 27% OBC ਰਾਖਵਾਂਕਰਨ ਨੂੰ ਮਨਜ਼ੂਰੀ, ਕੁੱਲ ਰਾਖਵਾਂਕਰਨ ਤੇ 50% ਦੀ ਸੀਮਾ, ਕ੍ਰੀਮੀ ਲੇਅਰ ਨੂੰ ਬਾਹਰ ਰੱਖਣ ਦਾ ਨਿਯਮ ਅਤੇ OBC ਸੂਚੀਆਂ ਦੀ ਦੇਖਰੇਖ ਲਈ ਇੱਕ ਸਥਾਈ ਕਮਿਸ਼ਨ ਦਾ ਗਠਨ। ਅਦਾਲਤ ਨੇ ਇੱਕ ਕਾਨੂੰਨੀ ਹੱਲ ਤਾਂ ਦੇ ਦਿੱਤਾ, ਇੱਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਵਾਲ ਅੱਜ ਵੀ ਉੱਥੇ ਹੀ ਖੜਾ ਹੈ ਕਿ ਇਸ ਫੈਸਲੇ ਨੇ ਯੋਗਤਾ, ਨਿਆਂ ਅਤੇ ਸਮਾਨਤਾ ਤੇ ਸਮਾਜ ਵਿੱਚ ਚੱਲ ਰਹੀ ਬਹਿਸ ਨੂੰ ਸੱਚਮੁੱਚ ਖਤਮ ਕਰ ਦਿੱਤਾ ਹੈ। ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਅੱਜ ਵੀ ਭਾਰਤ ਲੱਭ ਰਿਹਾ ਹੈ।